स्वागत है। इस वेले की जी वड्डी खबर आ रही है जी, वो हैगी है 9वें गेड़ की जी किसानों की केंद्र की जी बैठक सी वो भी बेसिट्टा निकल के आई है। आओ थोड़ी गलबात करवाने मनप्रीत के नाल। मनप्रीत दसो ये बारे थोड़ी जी जानकारी दो साडे दर्शकों को। जी 9वें गेड़ की बैठक है वो भी अज बेसिट्टा निकल के आई है। देखो अनुजा, जिस तरह तुसीं कहा कि 9वें गेट की जी मीटिंग आ वो भी बिल्कुल बेसिट्टा निकली है जी हालांकि किसानों के आगू ਨੂੰ बहुत ज़्यादा उम्मीद नहीं सी। खास तौर पर इनू इस संदर्भ 'ਚ देखना चाहिए क्योंकि ਜਿਹੜੇ सुप्रीम कोर्ट ने ਤੁਹਾਨੂੰ पता ही है कि इन्होंने कानूनों पर रोक ला दी सी ਤੇ ਨਾਲ ही एक पैनल बना दिता सी। हालांकि पैनल ਦੇ ਵਿੱਚ ਆਪਾਂ ਨੂੰ ਇਹ ਵੀ पता कि एक मैंबर ने इस्तीफा भी दिता सी, ਭੁਪਿੰਦਰ ਸਿੰਘ ਮਾਨ ਹੋਣਾ ਨੇ। लेकिन जी सब तो वड्डी गल आ कि इस साल की ये तीसरी मीटिंग सी। 4 जनवरी 8 जनवरी अज ਤੁਹਾਨੂੰ पता 15 जनवरी ਨੂੰ ਇਹ मीटिंग हुई है। 5 घंटे मीटिंग ਚੱਲਣ ਤੋਂ ਬਾਅਦ 12 ਵਜੇ ਅੱਜ मीटिंग शुरू हो गई सी। आम तौर पर ਤੁਹਾਨੂੰ पता 2 वजे मीटिंग चलती है, ये 12 वजे शुरू हो गई सी। लगभग पूरे 5 वजे मीटिंग खत्म हुई है। लेकिन 5 घंटे मीटिंग ਚੱਲਣ ਤੋਂ ਬਾਅਦ ਇਹ ਸਾਨੂੰ ਦੱਸਣਾ ਪੈ ਰਿਹਾ कि ਜਿਹੜੀ मीटिंग आ ਉਹ ਬਿਲਕੁਲ ਬੇਸਿੱਟਾ ਨਿਕਲੀ। ਇਹਦਾ ਕੋਈ ਨਤੀਜਾ ਨਹੀਂ ਨਿਕਲਿਆ ਔਰ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਅਨੁਜਾ ਬਣ ਨਹੀਂ ਪਾਈ ਜੀ। ਅੱਜ ਜਿਹੜੀ ਮੀਟਿੰਗ ਰਹੀ ਉਹ ਬੇਸਿੱਟਾ ਰਹੀ ਆ। ਕੇਂਦਰ ਸਰਕਾਰ ਨੇ ਬੜੀ ਢੀਠ ਸਹੀ ਮੱਲੀ ਹੋਈ ਹੈ। ਲੰਮਾ ਸਮੇਂ ਤੋਂ ਇੱਕੋ ਗੱਲ ਵਾਰ-ਵਾਰ ਹੋ ਰਹੀ ਆ ਕਿ ਤੁਸੀਂ ਛੋਟੀ ਕਮੇਟੀ ਬਣਾ ਲਓ, ਉਹਦੇ ਨਾਲ ਚਰਚਾ ਕਰ ਲੈਂਦੇ ਆ। तो ਅਸੀਂ ਕਿਹਾ ਵੀ ਅਸੀਂ ਮੀਟਿੰਗ 'ਚ ਤੈਅ ਕਰ ਚੁੱਕੇ ਹਾਂ ਕਿ ਸਾਰੀਆਂ ਜਥੇਬੰਦੀਆਂ ਦੇ ਆਗੂ ਉੱਥੇ ਮੌਜੂਦ ਰਹਿਣਗੇ। ਪਹਿਲਾਂ ਵੀ ਸਾਡੇ 'ਚੋਂ 5-4 ਸਾਥੀ ਵੀ ਗੱਲ ਕਰਦੇ ਆ ਕਿ ਜਿਨ੍ਹਾਂ ਨਾਲ ਜਿਹੜੀ ਤੁਸੀਂ ਗੱਲ ਕਰਨੀ ਹੈ ਇੱਥੇ ਗੱਲ ਕਰੋ। ਔਰ ਮੀਟਿੰਗ ਤੋਂ ਪਹਿਲਾਂ ਅਸੀਂ ਜਿਹੜਾ ਸਰਕਾਰ ਨੇ ਜਿਹੜੇ ਕੁਝ ਟਰਾਂਸਪੋਰਟਰ ਇੱਥੇ ਮੁਜ਼ਾਹਰਾਕਾਰੀਆਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ NI ਵੱਲੋਂ ਤੰਗ ਕੀਤਾ ਜਾ ਰਿਹਾ, ਪੱਤਰਕਾਰਾਂ ਨੂੰ NI ਵੱਲੋਂ ਤੰਗ ਕੀਤਾ ਜਾ ਰਿਹਾ ਕਿ ਜਿਹੜੀ ਮੋਦੀ ਸਰਕਾਰ ਇੱਦਾਂ ਬਹੁਤ ਹੇਠਲੇ ਪੱਧਰ 'ਤੇ ਆ ਚੁੱਕੀ ਆ ਵੀ ਇਹ ਜਿਹੜੀ ਹਰਕਤ ਆ ਇਹ ਤੁਹਾਨੂੰ ਜਿਹੜੀ ਬੰਦ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਜਿਹੜਾ 307 ਦਾ ਪਰਚਾ ਉਹ ਇਰਾਦਾ ਕਤਲ ਦਾ ਪਰਚਾ ਹੁੰਦਾ, ਪਰ 307 ਦੇ ਪਰਚੇ ਜਿਹੜੇ ਹੈਗੇ ਮਾਮੂਲੀ ਗੱਲ ਤੋਂ ਜਿਹੜੇ ਕੀਤੇ ਜਾ ਰਹੇ ਹੈਗੇ ਆ ਵੀ ਜਿਹੜਾ ਸਰਕਾਰ ਇਸ ਤਰ੍ਹਾਂ ਅੰਦੋਲਨ ਨੂੰ ਦਬਾ ਨਹੀਂ ਸਕਦੀਗੀ। 307 ਦੇ ਪਰਚਿਆਂ ਦੇ ਬਾਵਜੂਦ ਵੀ ਹਰਿਆਣੇ 'ਚ ਅੰਦੋਲਨ ਇੰਨਾ ਵੱਧ ਚੁੱਕਾ ਕਿ ਹਰਿਆਣੇ 'ਚ ਇਹਨਾਂ ਨੂੰ ਆਪਣੀ ਜਿਹੜੀ ਸੀਗੀ ਰਾਜਨੀਤਿਕ ਸਰਗਰਮੀ ਉੱਥੋਂ ਦੀ ਸਰਕਾਰ ਨੂੰ ਔਰ ਜਿਹੜੀਆਂ ਕਿਸਾਨ ਮਾਹ ਪੰਚਾਇਤਾਂ ਕਰ ਰਹੇ ਸੀਗੇ ਉਹ ਰੱਦ ਕਰਨੀ ਪੈ ਰਹੀ ਹੈਗੀ ਆ। ਤੋ ਇਸ ਕਰਕੇ ਅਸੀਂ ਅੱਜ ਫੇਰ ਕਿਹਾ ਹੁਣ ਅਗਲੀ ਮੀਟਿੰਗ ਜਿਹੜੀ ਆ 19 ਤਰੀਕ ਦੀ ਤੈਅ ਹੋਈ ਆ। ਤਾਂ ਅਸੀਂ ਬਿਲਕੁਲ ਸਾਫ਼ ਕਿਹਾ ਕਿ 19 ਤਰੀਕ ਨੂੰ ਤਾਂ ਹੀ ਬੁਲਾਇਆ ਜਾਵੇ ਜੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਸਰਕਾਰ ਨੇ ਰੱਦ ਕਰਨਾ ਔਰ ਜਿਹੜੀ ਹੈਗੀ MSP ਦੇ ਉੱਪਰ ਜਿਹੜੀ ਹੈਗੀ ਆ ਕਾਨੂੰਨ ਬਣਾਉਣ ਦੀ ਚਰਚਾ ਕਰਨੀ ਆ। मनप्रीत इत्थे अगर मैं गल करा तो सब तो पहला जाके जी केंद्र सरकार ने उन्होंने अगे जी प्रस्ताव रखा सीगा वो ये रखा सीगा कि MSP दे तुसी सोध करवा लवो। उन्होंने खेती कानूनों के बारे गल ही नहीं की सी। ये बारे थोड़ी जी दर्शकों को जानकारी दिओ। देखो ये अनुजा पहले दिन तो जो किसान आ किसानों के आगू ने वो हमेशा तो कह रहे हैं कि तुसी MSP ते यानी कि मिनिमम सपोर्ट प्राइस ते तुसी एक कानून लेके आओ। वो कानून बनेगा तो MSP की गारंटी होगी। MSP ये नहीं है कि MSP है नहीं, MSP पहला भी आ लेकिन सिर्फ 6% किसान भारत का उन्होंने MSP मिलती है और ज़्यादातर तुहानूं पता पंजाब और हरियाणा च मिलती है और वो भी 2 फसलों से मिलती है क्योंकि जिहड़ी सरकार आ ये 2 फसलों नूं प्रक्योर करती है, एक कणक ते एक झोना। बाकी भी ਜਿਹੜੀਆਂ 23 ਫਸਲਾਂ ਦੇ ਲਗਭਗ ਹੈਗੀਆਂ ਉਹਨਾਂ ਦਾ MSP ਕਿਸੇ ਨੂੰ ਮਿਲ ਹੀ ਨਹੀਂ ਰਹੀ। ਬਹੁਤ ਫਸਲਾਂ ਸੋ MSP ਤੇ ਉਹ ਮੁੱਕਰ ਗਏ। ਦੂਸਰੀ ਜਿੱਥੋਂ ਤੱਕ ਗੱਲ ਹੈਗੀ ਆ ਖੇਤੀਬਾੜੀ ਕਾਨੂੰਨਾਂ ਦੀ ਉਹ ਵੀ ਉਹਨਾਂ ਨੇ ਅੱਜ ਗੱਲ ਬਿਲਕੁਲ ਨਹੀਂ ਮੰਨੀ। ਜਿਹੜੇ ਖੇਤੀਬਾੜੀ ਮੰਤਰੀ ਨੇ ਅਨੁਜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬਾਰ-ਬਾਰ ਕਿਹਾ ਕਿ ਤੁਸੀਂ ਸੌਦਾ ਕਰਵਾ ਲਓ, ਸੌਦਾ ਕਰਨ ਲਈ ਅਸੀਂ ਤਿਆਰ ਆ। ਉਹ ਤਾਂ ਬਹੁਤ ਦੇਰ ਤੋਂ ਕਹਿ ਰਹੇ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਜਿਹੜੇ ਆ ਰਿਪੀਲ ਨਹੀਂ ਕਰਾਂਗੇ, ਕਾਨੂੰਨਾਂ ਨੂੰ ਰੱਦ ਨਹੀਂ ਕਰਾਂਗੇ। ਅੱਛਾ ਤਰਕ ਕੀ ਦੇ ਰਹੇ ਸੀ ਕਿਉਂਕਿ ਦੇਖੋ ਜੀ ਹੁਣ ਤਾਂ ਸੁਪਰੀਮ ਕੋਰਟ ਨੇ ਇੱਕ ਪੈਨਲ ਬਣਾ ਦਿੱਤਾ, ਸੁਪਰੀਮ ਕੋਰਟ ਨੇ ਉਹਨਾਂ ਤੇ ਰੋਕ ਲਾ ਦਿੱਤੀ ਤੇ ਹੁਣ ਤਾਂ ਅਸੀਂ ਉਹਨਾਂ ਨੂੰ ਕੁਝ ਕਰ ਹੀ ਨਹੀਂ ਸਕਦੇ। ਮੈਨੂੰ ਲੱਗਦਾ ਇਹਨਾਂ ਦੇ ਇਸ ਤਰਕ ਦੇ ਵਿੱਚ ਕੋਈ ਵਜ਼ਨ ਨਹੀਂ ਹੈ ਕਿਉਂਕਿ ਜੇ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਆ ਔਰ ਉਹਨਾਂ ਕੋਲੇ ਪੂਰਾ ਅਧਿਕਾਰ ਆ ਉਹ ਜਦੋਂ ਮਰਜ਼ੀ ਜੇ ਬਣਾ ਸਕਦੇ ਆ ਤੇ ਰੱਦ ਵੀ ਕਰ ਸਕਦੇ ਆ। ਫਿਰ ਚਾਹੇ ਸੁਪਰੀਮ ਕੋਰਟ ਦਾ ਪੈਨਲ ਹੋਵੇ ਜਾਂ ਸੁਪਰੀਮ ਕੋਰਟ ਦੀ ਰੋਕ ਹੋਵੇ ਉਹ ਕਿਸੇ ਤਰ੍ਹਾਂ ਨਾਲ ਇਸ ਦੇ ਵਿੱਚ ਆੜੇ ਨਹੀਂ ਆਊਗੀ, ਇਸ ਵਿੱਚ ਕੋਈ ਅੜਿੱਕਾ ਨਹੀਂ ਬਣੂਗੀ। दूसरी गल मैं तुहानूं ये भी दस दिता जे सुप्रीम कोर्ट ने रोक लाई है वो एक इंटरिम फैसला है, वो फाइनल ऑर्डर नहीं है, वो हजे फाइनल ऑर्डर आना है। तो उत्थे अगर मैं गल करा तो उत्थे जिहड़ी दूसरी गल उहदे मीटिंग दे विच हुई है वो ये हुई है कि जिहड़े किसान ने उन्होंने अपना गुस्सा प्रगटाया है कि जिहड़े 900 लोगों के खिलाफ इन्होंने FIR की सीगी महापंचायत जी तोमर जी ने करवानी सीगी उत्थे तोड़ भन्न दे चक्कर दे विच ते उहदे बारे तुसीं की देखदे हो उहनूं? देखो जी महापंचायत हुई सी हरियाणे के ਤੁਹਾਨੂੰ पता लगभग 5 दिन पहला
ਮਨੋਹਰ ਲਾਲ ਖੱਟਰ ਜਿਹੜੇ ਸੀਐਮ ਨੇ ਹਰਿਆਣਾ ਦੇ, ਉਹਨਾਂ ਨੇ ਮਹਾਪੰਚਾਇਤ ਆਪਣੀ ਹੀ ਕਨਸਟੀਟੂਐਂਸੀ ਦੇ ਵਿੱਚ, ਕੈਮਲਾ ਇੱਕ ਜਗ੍ਹਾ ਹੈ ਕਰਨਾਲ ਦੇ ਵਿੱਚ, ਜਿਹੜੀ ਉਹਨਾਂ ਦੀ ਆਪਣੀ ਕਨਸਟੀਟੂਐਂਸੀ ਆ, ਉੱਥੇ ਮਹਾਪੰਚਾਇਤ ਬੁਲਾ ਕੇ ਉਹ ਇਹ ਦੱਸਣਾ ਚਾਹੁੰਦੇ ਸੀ ਕਿ ਦੇਖੋ ਮੈਨੂੰ ਕਿੰਨੇ ਕਿਸਾਨਾਂ ਦਾ ਸਮਰਥਨ ਆ। ਲੇਕਿਨ ਉੱਥੇ ਜਿਹੜੇ ਕਿਸਾਨ ਆ ਇਹਨਾਂ ਕਾਨੂੰਨਾਂ ਨੂੰ ਵਿਰੋਧ ਕਰਦੇ ਆ, ਉਹ ਉੱਥੇ ਪਹੁੰਚ ਗਏ, ਉੱਥੇ ਜ਼ਰੂਰ ਤੋੜ ਭੰਨ ਵੀ ਹੋਈ, ਇਹ ਵੀ ਹੋਇਆ, ਸਾਰਾ ਕੁਝ ਹੋਇਆ। ਇਸੇ ਦੌਰਾਨ ਕਈ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਹੋਏ, ਇੱਥੋਂ ਤੱਕ ਕਿ 307 ਦਾ ਪਰਚਾ ਜਿਹੜਾ ਅਟੈਂਪਟ ਟੂ ਮਰਡਰ, 307 ਉਹਦਾ ਵੀ ਪਰਚਾ ਹੋਇਆ। ਸੋ ਕਿਸਾਨਾਂ ਨੇ ਇਹ ਮੁੱਦਾ, ਮੈਂ ਤੁਹਾਨੂੰ ਦੱਸਦਾ ਕਿ ਅੱਜ ਮੀਟਿੰਗ ਦੇ ਵਿੱਚ ਉਠਾਇਆ ਸੀ ਕਿ ਤੁਸੀਂ ਜਿਹੜੇ ਸਾਡੇ ਕਿਸਾਨਾਂ ਨੂੰ ਬਗੈਰ ਗੱਲ ਤੋਂ 307 ਦੇ ਅਟੈਂਪਟ ਟੂ ਮਰਡਰ ਵਾਲੇ ਪਰਚੇ ਆ, ਉਹ ਜਿਹੜੇ ਤੁਸੀਂ ਉਹਨਾਂ ਤੇ ਕੀਤੇ ਆ, ਉਹਨਾਂ ਨੂੰ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਤੁਹਾਨੂੰ ਮੈਂ ਹੋਰ ਵੀ ਦੱਸਦਾ ਅਨੁਜਾ ਕਿ ਜਿਹੜੀ NIA ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਉਹ ਵੀ ਕਿਸਾਨਾਂ ਦੀ ਫੜੋਫੜਾਈ ਕਰ ਰਹੀ ਆ। ਔਰ ਅੱਜ ਬਲਬੀਰ ਸਿੰਘ ਰਾਜੇਵਾਲ ਜਦੋਂ ਬਿਲਕੁਲ ਬਾਹਰ ਆਏ ਨੇ ਵਿਗਿਆਨ ਭਵਨ ਤੋਂ, ਉਹਨਾਂ ਨੇ ਦੱਸਿਆ ਕਿ ਅਸੀਂ ਇਹ ਮੁੱਦਾ ਅੱਜ ਉੱਥੇ ਕੇਂਦਰ ਸਰਕਾਰ ਕੋਲੇ ਚੱਕਿਆ। ਔਰ ਇਸ ਤੋਂ ਪਹਿਲਾਂ ਇਨਕਮ ਟੈਕਸ ਜਿਹੜਾ ਹੈ, ਉਹਨਾਂ ਨੇ ਵੀ ਤੁਹਾਨੂੰ ਪਤਾ ਕਿਸ ਤਰ੍ਹਾਂ ਆੜਤੀਆਂ ਤੇ, ਪੰਜਾਬ ਦੇ ਆੜਤੀਆਂ ਤੇ ਰੇਡਸ ਮਾਰੀਆਂ ਸੀ, ਉਹਨਾਂ ਦੇ ਘਰਾਂ ਛਾਪੇ ਮਾਰੇ ਸੀ, ਉਹਨਾਂ ਨੂੰ ਨੋਟਿਸਿਸ ਕੱਢੇ ਸੀ। ਰਾਜੇਵਾਲ ਸਾਹਿਬ ਦਾ ਇੱਕ ਬੜੀ ਵੱਡੀ ਗੱਲ ਹੈ ਜੋ ਉਹਨਾਂ ਨੇ ਕਹੀ ਹੈ ਕਿ ਲੱਗਦਾ ਸਰਕਾਰ ਘਬਰਾਈ ਹੋਈ ਆ, ਔਰ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਟੇਕਅਪ ਕੀਤਾ, ਔਰ ਟੇਕਅਪ ਕਰਕੇ ਉਹ ਕਹਿੰਦੇ ਆ, ਸਰਕਾਰ ਕਹਿੰਦੀ ਹੈ ਕਿ ਅਸੀਂ ਹੁਣ ਇਸ ਚੀਜ਼ ਨੂੰ ਦੇਖਾਂਗੇ। ਉਹ ਦੇਖਦੇ ਆ ਕਿ ਨਹੀਂ ਦੇਖਦੇ, ਆਉਣ ਵਾਲਾ ਸਮਾਂ ਦੱਸੂਗਾ। ਲੇਕਿਨ ਇੱਕ ਗੱਲ ਸਾਫ਼ ਆ ਕਿ ਜਿਸ ਤਰ੍ਹਾਂ ਦਾ ਰਵੱਈਆ ਸੀ ਅੱਜ, ਚਾਹੇ ਉਹ ਨਰਿੰਦਰ ਸਿੰਘ ਤੋਮਰ ਦਾ ਹੋਵੇ ਜਾਂ ਜਿਹੜਾ ਹੋਰ ਸਰਕਾਰ ਦਾ ਹੋਵੇ, ਉਹ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਸੀ ਉਹ ਘਬਰਾਏ ਹੋਏ ਆ, ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਜੀ। ਤੇ ਅਗਰ ਮੈਂ ਗੱਲ ਕਰਾਂ ਇਹਦੇ ਬਾਰੇ ਹੀ, ਤੇ ਜਿਹੜੀ ਅੰਦਰ ਅੱਜ ਤਲਖੀ ਬਹੁਤ ਜ਼ਿਆਦਾ ਰਹੀ ਹੈ, ਕਦੀ ਪਹਿਲਾਂ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਪਹਿਲਾਂ ਗੁੱਸਾ ਹੋ ਗਏ, ਉਹ ਉੱਠ ਕੇ ਚਲੇ ਗਏ, ਤੇ ਅੰਤ ਦੇ ਵਿੱਚ ਵੀ ਕਿਸਾਨਾਂ ਨੂੰ ਉਹਨਾਂ ਨੇ 15 ਮਿੰਟ ਤੱਕ ਦਾ ਇੰਤਜ਼ਾਰ ਕਰਵਾਇਆ, ਉਹ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਸੀਗੇ। ਇਸ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਦੇਖੋ, ਇੱਕ ਗੱਲ ਤਾਂ ਅਨੁਜੇ ਸਾਫ਼ ਆ ਕਿ ਕਿਤੇ ਨਾ ਕਿਤੇ, ਮੈਂ ਪਹਿਲਾਂ ਵੀ ਕਈ ਵਾਰੀ ਆਪਣੀਆਂ ਜਿਹੜੀਆਂ ਕਨਵਰਸੇਸ਼ਨਸ ਹੋਈਆਂ ਜਾਂ ਆਪਣੀ ਗੱਲਬਾਤ ਹੋਈ ਆ ਉਹ 'ਚ ਜ਼ਿਕਰ ਕਰ ਚੁੱਕਾ ਕਿ ਜਦੋਂ ਨਰਿੰਦਰ ਸਿੰਘ ਤੋਮਰ ਆਉਂਦੇ ਨੇ, ਉਹ ਆਪਣੀ ਕੋਈ ਜਿਹੜੀ ਹੈਗਾ ਡਿਸੀਜਨ ਨਹੀਂ ਲੈ ਕੇ ਆਉਂਦੇ, ਉਹਨਾਂ ਦਾ ਕੋਈ ਅਧਿਕਾਰ ਖੇਤਰ ਲੱਗ ਨਹੀਂ ਰਿਹਾ ਕਿ ਆਪਣੇ ਤੌਰ ਤੇ ਕੋਈ ਫੈਸਲਾ ਲੈ ਸਕਦੇ ਆ। ਉਹਨਾਂ ਨੂੰ ਜੋ ਵੀ ਪਿੱਛੋਂ ਇੰਸਟਰਕਸ਼ਨਸ ਆਉਂਦੀਆਂ, ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਉਂਦੀਆਂ ਹੋਣ ਜਾਂ ਹੋ ਸਕਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਆਉਂਦੀਆਂ ਹੋਣ, ਉਹ ਉਹਨਾਂ ਇੰਸਟਰਕਸ਼ਨਸ ਦੀ ਕੰਮ ਕਰਦੇ ਆ। ਤੁਸੀਂ ਹੁਣ ਗੱਲ ਕੀਤੀ ਹੈ ਕਿ ਲਾਸਟ 15 ਮਿੰਟ ਦੇ ਵਿੱਚ ਉੱਥੋਂ ਮੰਤਰੀ ਦਾ ਉੱਠ ਕੇ ਚਲੇ ਜਾਣਾ, ਕਿ ਜਿਹੜੀ ਉਸ ਪੂਰੀ ਬੈਠਕ ਨੂੰ ਚੇਅਰ ਕਰ ਰਹੇ ਨੇ, ਔਰ ਕਿਸਾਨਾਂ ਨੂੰ ਪਤਾ ਵੀ ਨਾ ਹੋਣਾ। ਕਿਸਾਨ ਤਾਂ ਬਲਕਿ ਬਾਹਰ ਮੀਡੀਆ ਨੂੰ ਫੋਨ ਕਰ ਰਹੇ ਸੀ ਕਿ ਮੰਤਰੀ ਹੁਣ ਚਲੇ ਗਏ ਆ, ਸਾਨੂੰ ਪਤਾ ਨਹੀਂ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ। ਇੱਥੋਂ ਤੱਕ ਗੱਲ ਹੋ ਗਈ ਸੀ, ਔਰ 5 ਘੰਟੇ ਤੋਂ ਬਾਅਦ ਸਾਨੂੰ ਇਹ ਪਤਾ ਲੱਗਦਾ ਕਿ ਉਹ ਤਾਂ ਜਿਹੜੀ ਪੂਰੀ ਦੀ ਪੂਰੀ ਬੈਠਕ ਆ ਉਹ ਬਿਲਕੁਲ ਬੇਸਿਕ ਨਿਕਲਦੀ। ਲੇਕਿਨ ਮੈਂ ਇੱਕ ਹੋਰ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਦੱਸਦਾ ਕਿ ਜਿਹੜੀ ਅਗਲੀ ਮੀਟਿੰਗ ਵੀ ਤੈਅ ਹੋ ਗਈ ਆ, ਜਿਹੜੀ ਅਗਲੀ ਮੀਟਿੰਗ ਹੁਣ ਹੋਣ ਜਾ ਰਹੀ ਆ, ਉਹ 19 ਜਨਵਰੀ ਨੂੰ ਹੋਏਗੀ 12 ਵਜੇ। ਆਮ ਤੌਰ ਤੇ 2 ਵਜੇ ਹੁੰਦੀ ਆ, ਅੱਜ ਦੀ ਮੀਟਿੰਗ ਵੀ 12 ਵਜੇ ਹੋਈ ਸੀ, ਤੇ ਜਿਹੜੀ 19 ਤਰੀਕ ਨੂੰ 19 ਜਨਵਰੀ ਨੂੰ ਮੀਟਿੰਗ ਹੋਏਗੀ ਉਹ ਵੀ ਹੁਣ 12 ਵਜੇ ਹੋਏਗੀ ਜੀ। ਤੇ ਮਨਪ੍ਰੀਤ, ਇੱਕ ਹੋਰ ਚੀਜ਼, ਜਿਹੜੀ ਐਸਸੀ ਨੇ 4 ਮੈਂਬਰੀ ਕਮੇਟੀ ਬਣਾਈ ਹੈ, ਉਹਦੇ ਉੱਤੇ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ ਹਾਮੀ ਭਰ ਦਿੱਤੀ ਹੈ ਕਿ ਉਹ 4 ਮੈਂਬਰੀ ਕਮੇਟੀ ਦੇ ਮੂਹਰੇ ਬਿਲਕੁਲ ਪੇਸ਼ ਹੋਣਗੇ, ਪਰ ਜਿਹੜੀ ਸਾਡੀ ਕਿਸਾਨ ਜਥੇਬੰਦੀਆਂ ਹੈ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ। ਇਹਦਾ ਕਿਸਾਨਾਂ ਉੱਤੇ ਕੀ ਅਸਰ ਪਏਗਾ? ਮੈਨੂੰ ਨਹੀਂ ਲੱਗਦਾ ਕਿ ਇਸ ਦੀ ਕੋਈ ਵੈਧਤਾ ਰਹੇਗੀ ਜੀ। ਮੈਨੂੰ ਨਹੀਂ ਲੱਗਦਾ ਇਸ ਦੀ ਕੋਈ ਲੀਗੈਲਿਟੀ ਹੈ, ਇਹਦੀ ਕੋਈ ਵੈਲਿਡਿਟੀ ਹੈ ਇਸ ਕਮੇਟੀ ਦੀ, ਇਸ ਪੈਨਲ ਦੀ। ਦੇਖੋ, ਇੱਕ ਪਾਸੇ ਅੱਜ ਫੇਰ ਗੱਲ ਕਹੀ, ਇੱਕ ਪਾਸੇ ਤਾਂ ਤੁਸੀਂ ਬਾਰ-ਬਾਰ ਇਹ ਕਹਿ ਰਹੇ ਹੋ ਕਿ ਅਸੀਂ ਆਪਸ 'ਚ ਗੱਲਬਾਤ ਜਾਰੀ ਰੱਖਣੀ ਆ। ਜਦੋਂ ਕਿਸਾਨ ਔਰ ਕਿਸਾਨਾਂ ਦੇ ਆਗੂ, ਇੱਕ ਤਾਂ ਉਹ ਹੋ ਗਏ, ਇੱਕ ਕੇਂਦਰ ਸਰਕਾਰ ਆਪਸ 'ਚ ਗੱਲ ਚੱਲ ਰਹੀ ਹੈ, ਤੇ ਇਸ ਕਮੇਟੀ ਦਾ ਮਤਲਬ ਕੀ ਰਹਿੰਦਾ? ਔਰ ਵੈਸੇ ਵੀ ਜਿਸ ਤਰ੍ਹਾਂ ਭੁਪਿੰਦਰ ਸਿੰਘ ਮਾਨ ਹੁਣੀ ਅਸਤੀਫਾ ਦੇ ਗਏ ਆ, 3 ਮੈਂਬਰ ਇਸ ਟਾਈਮ ਰਹਿ ਗਏ ਆ, ਉਸ ਕਮੇਟੀ ਉੱਤੇ ਤਾਂ ਪਹਿਲਾਂ ਹੀ ਬੜੇ ਕਿੰਤੂ ਪਰੰਤੂ ਲੱਗ ਚੁੱਕੇ ਆ। ਉਸ ਕਮੇਟੀ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਪਹਿਲਾਂ ਹੀ ਖਤਮ ਹੋ ਚੁੱਕੀ ਆ। ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣਾਈ ਹੋਈ ਆ ਉਸ ਦੀ ਕੋਈ ਵੈਲਿਡਿਟੀ ਹੈ ਕਿਸਾਨਾਂ ਦੇ ਜਿਹੜੀ ਦਿਲ ਦੇ ਵਿੱਚ ਜਾਂ ਮਨ ਦੇ ਵਿੱਚ, ਜਾਂ ਮੈਨੂੰ ਲੱਗਦਾ ਲੋਕਾਂ ਦੇ ਮਨ ਦੇ ਵਿੱਚ ਵੀ। ਦੂਸਰੇ ਪਾਸੇ ਤੋਮਰ ਸਾਹਿਬ ਕਹਿ ਰਹੇ ਕਿ ਆਪਾਂ ਕਮੇਟੀ ਬਣਾਈਏ, ਉਹ ਅੱਜ ਰਾਜੇਵਾਲ ਸਾਹਿਬ ਨੇ, ਬਲਬੀਰ ਸਿੰਘ ਰਾਜੇਵਾਲ ਸਾਹਿਬ ਨੇ ਵੀ ਬਿਲਕੁਲ ਕਲੀਅਰ ਕਰਤਾ ਕਿ ਸਾਨੂੰ ਕਮੇਟੀਆਂ ਬਿਲਕੁਲ ਨਹੀਂ ਚਾਹੀਦੀਆਂ। ਇਹ ਪਹਿਲਾਂ ਵੀ ਕਹਿੰਦੇ ਰਹੇ, ਅਸੀਂ ਹੁਣ ਵੀ ਨਹੀਂ ਚਾਹੁੰਦੇ ਜੀ। ਜਿਹੜੇ ਰਾਜੇਵਾਲ ਜੀ ਹੈਗੇ ਆ, ਉਹਨਾਂ ਨੇ ਓਪਨ ਲੈਟਰ ਲਿਖਿਆ ਸੀ ਕਿਸਾਨਾਂ ਨੂੰ ਕਿ 26 ਜਨਵਰੀ ਦੀ ਜਿਹੜੀ ਟਰੈਕਟਰ ਰੈਲੀ ਹੈ ਉੱਥੇ ਸ਼ਾਂਤੀ ਬਰਕਰਾਰ ਰੱਖੀ ਜਾਵੇ। ਉਹਨਾਂ ਨੇ ਉਹੀ ਅੱਜ ਵੀ ਅਪੀਲ ਕੀਤੀ ਹੈ ਕਿਸਾਨਾਂ ਨੂੰ। ਇਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ? ਬਿਲਕੁਲ, ਅੱਜ ਫੇਰ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ, ਬਲਕਿ ਉਹਨਾਂ ਨੇ ਇੱਕ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਅਸੀਂ ਕੋਈ ਵਾਇਲੈਂਸ ਕਰਾਂਗੇ,
ਅਸੀਂ ਕੋਈ ਹਿੰਸਾ ਕਰਾਂਗੇ ਜਾਂ ਅਸੀਂ ਟਰੈਕਟਰ ਲੈ ਕੇ ਜਾਵਾਂਗੇ, ਝੰਡੇ ਲਹਿਰਾ ਦਾਂਗੇ ਪਾਰਲੀਮੈਂਟ ਦੇ ਉੱਤੇ, ਲਾਲ ਕਿਲ੍ਹੇ ਦੇ ਉੱਤੇ, ਜਾਂ ਜਿੱਥੇ ਮਾਰਚ ਹੁੰਦਾ, ਪਰੇਡ ਨਿਕਲਦੀ ਹੈ 26 ਜਨਵਰੀ ਦੀ, ਜਿੱਥੇ ਗਣਤੰਤਰ ਦਿਵਸ ਮਨਾਇਆ ਜਾਂਦਾ, ਅਸੀਂ ਉੱਥੇ ਕੋਈ ਇਸ ਤਰ੍ਹਾਂ ਦੀ ਗਲਤ ਗੱਲ ਜਾਂ ਹਿੰਸਾ ਕਰਾਂਗੇ। ਉਹ ਕਹਿੰਦੇ ਇਹੋ ਜਿਹੀ ਕੋਈ ਗੱਲ ਨਹੀਂ ਹੋਣੀ। ਸਾਡਾ ਅੰਦੋਲਨ ਬਿਲਕੁਲ ਜਿਹੜਾ ਹੈਗਾ ਉਹ ਸ਼ਾਂਤੀਪੂਰਵਕ ਚੱਲ ਰਿਹਾ ਸੀ, ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ। ਅਸੀਂ ਉਹਨੂੰ ਸ਼ਾਂਤਮਈ ਢੰਗ ਨਾਲ ਹੀ ਚਲਾਉਣਾ, ਕਿਉਂਕਿ ਸਾਡੀ ਜਿਹੜੀ ਸਕਸੈਸ ਆ, ਸਫਲਤਾ, ਉਹ ਸ਼ਾਂਤਮਈ ਢੰਗ ਨਾਲ ਚਲਾਉਣ ਦੀ ਹੈ। ਬਾਕੀ ਸਾਰੀਆਂ ਗੱਲਾਂ ਝੂਠ ਹੈ। ਇਸੇ ਕਰਕੇ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਔਰ ਆਪਣੇ ਇਸ ਅੰਦੋਲਨ ਨੂੰ ਪੀਸਫੁਲ ਰੱਖਣ ਦੀ ਦੁਬਾਰਾ ਅਪੀਲ ਕੀਤੀ। ਜੀ ਧੰਨਵਾਦ ਮਨਪ੍ਰੀਤ। ਹੁਣ ਦੇਖਣਾ ਇਹ ਹੈਗਾ ਆ ਕਿ 19 ਜਨਵਰੀ ਦੀ ਜਿਹੜੀ ਅਗਲੀ ਬੈਠਕ ਹੈਗੀ ਹੈ ਉਸ ਵਿੱਚ ਕੀ परिणाम ਨਿਕਲ ਕੇ ਆਂਦਾ ਆ। ਇਸੇ ਤਰ੍ਹਾਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਦੇਸ਼ ਪਰਦੇਸ ਟੀਵੀ। ਧੰਨਵਾਦ।